अस्सलाम वालेकुम जी। एक नई वीडियो ਦੇ ਨਾਲ ਸਭ ਦਾ ਵਾਰਮ ਵੈਲਕਮ ਸਾਡੇ ਚੈਨਲ ਤੇ। ਅੱਜ ਜਿਸ ਟਾਪਿਕ ਤੇ ਅਸੀਂ ਵੀਡੀਓ ਬਣਾਵਾਂਗੇ ਉਹ ਹੈ ਵੇ ਕਿ ਕਈ ਲੋਕਾਂ ਨੇ ਕਮੈਂਟ 'ਚ ਸਵਾਲਾਤ ਪੁੱਛੇ ਸੀ ਹੈ ਕਿ ਰੋਮਾਨੀਅਨ ਸਿਟੀਜ਼ਨਸ਼ਿਪ, ਰੋਮਾਨੀਅਨ ਨੈਸ਼ਨੈਲਿਟੀ, ਰੋਮਾਨੀਅਨ ਪਾਸਪੋਰਟ ਕਿਆ ਰੋਮਾਨੀਆ ਰਹਿਣ ਨਾਲ ਮਿਲ ਜਾਂਦਾ ਹੈ? ਅਗਰ ਮਿਲ ਜਾਂਦਾ ਹੈ ਤੇ ਉਹਦਾ ਕੀ ਤਰੀਕਾਕਾਰ ਹੈ ਔਰ ਕਿਤਨੇ ਅਰਸੇ ਬਾਅਦ ਮਿਲਦਾ ਹੈ? ਤੇ ਅੱਜ ਅਸੀਂ ਸਿਰਫ ਔਰ ਸਿਰਫ ਇਸ ਟਾਪਿਕ ਦੇ ਉੱਤੇ ਡਿਟੇਲ ਨਾਲ ਗੱਲ ਕਰਾਂਗੇ ਤਾਂ ਕਿ ਜਿਹੜੇ ਲੋਕ ਵਰਕ ਪਰਮਿਟ ਤੇ ਰੋਮਾਨੀਆ ਆਏ ਨੇ ਉਹਨਾਂ ਨੂੰ ਪਤਾ ਚੱਲ ਸਕੇ ਕਿ ਉਹਨਾਂ ਦੀ ਵਰਥ ਕੀ ਹੈ, ਉਹਨਾਂ ਦੀ ਵੈਲਿਊ ਕਿਤਨੀ ਹੈ। ਉਹ ਐਵੇਂ ਨਾ ਉੱਠ ਕੇ ਜਿੱਧਰ ਮੂੰਹ ਲੱਗਾ ਭੱਜ ਪੈਣ ਹੈ ਜਾਂ ਬੰਦਿਆਂ ਦੀਆਂ ਗੱਲਾਂ 'ਤੇ ਲੱਗ ਕੇ ਕਿ ਸਪੇਨ ਇਹ ਕੁਝ ਹੈ ਜਾਂ ਇਟਲੀ ਇਹ ਕੁਝ ਹੈ ਅਤੇ ਅਸੀਂ ਉੱਥੇ ਚਲੇ ਜਾਂਦੇ ਹਾਂ ਅਤੇ ਉੱਥੇ ਸਾਨੂੰ ਬਹੁਤ ਕੁਝ ਮਿਲੇਗਾ ਹੈ। ਨਾਲ ਮੈਂ ਇਸ ਵੀਡੀਓ 'ਚ ਤੁਹਾਨੂੰ ਦੱਸਾਂਗਾ ਕਿ ਅਗਰ ਕੋਈ ਬੰਦਾ ਰੋਮਾਨੀਅਨ ਪਾਸਪੋਰਟ ਮਿਲ ਜਾਂਦਾ, ਉਹਨੂੰ ਨੈਸ਼ਨੈਲਿਟੀ ਮਿਲ ਜਾਂਦੀ ਹੈ ਅਤੇ ਫਿਰ ਉਸਨੂੰ ਉਸਦੇ ਕੀ ਫਾਇਦੇ ਹੁੰਦੇ ਨੇ ਹੈ। ਅਤੇ ਚਲੋ ਇਸ ਟਾਪਿਕ ਉੱਤੇ ਡਿਟੇਲ ਨਾਲ ਗੱਪਸ਼ਪ ਮਾਰਨੇ ਆ। ਪਹਿਲੀ ਚੀਜ਼ ਤਾਂ ਹੈ ਵੇ ਕਿ ਰੋਮਾਨੀਅਨ ਪਾਸਪੋਰਟ ਸਿਟੀਜ਼ਨਸ਼ਿਪ ਜਿਹੜੀ ਹੈ ਇਹ ਕਈ ਤਰੀਕਿਆਂ ਨਾਲ ਮਿਲਦੀ ਹੈ, ਲੇਕਿਨ ਸਾਡੇ ਜਿਹੜੇ ਫਾਇਦੇ ਦੇ ਤਰੀਕੇ ਨੇ ਉਹ ਤਿੰਨ ਨੇ, ਜਿਹਨਾਂ 'ਚੋਂ ਬੇਸਿਕਲੀ ਦੋ ਮੇਨ ਨੇ ਔਰ ਇੱਕ ਜਿਹੜਾ ਉਹ ਐਵੇਂ ਹੀ ਹੈ। ਮਤਲਬ ਕਰ ਲਓ ਹੈ ਕਿ ਜਿਹੜਾ ਬੰਦਾ ਰੋਮਾਨੀਆ 'ਚ ਪੈਦਾ ਹੁੰਦਾ ਹੈ ਔਰ ਉਸਦਾ ਮਾਂ ਬਾਪ ਜੋ ਕੋਈ ਇੱਕ ਰੋਮਾਨੀਅਨ ਨੇ ਤੇ ਉਸ ਨੂੰ ਵੀ ਦਿੰਦੇ ਨੇ। ਬਾਕੀ ਇਨਵੈਸਟਮੈਂਟ 'ਤੇ ਵੀ ਤੁਸੀਂ ਕਈ ਲੋਕ ਅਪਲਾਈ ਕਰ ਸਕਦੇ ਨੇ ਹੈ। ਉਸ ਤੋਂ ਬਾਅਦ ਹੋਰ ਵੀ ਕਈ ਚੀਜ਼ਾਂ ਨੇ, ਲੇਕਿਨ ਉਹ ਸਾਡੇ ਵਾਸਤੇ ਵਰਥ ਨਹੀਂ ਰੱਖਦੀਆਂ ਹਨ। ਸਾਡੇ ਵਾਸਤੇ ਅਹਿਮੀਅਤ ਇਹ ਰੱਖਦੀ ਹੈ ਕਿ ਕਿਹੜੇ ਤਰੀਕੇ ਨਾਲ ਸਾਨੂੰ ਸਾਨੂੰ ਸਿਟੀਜ਼ਨਸ਼ਿਪ ਮਿਲ ਸਕਦੀ ਹੈ। ਬੇਸਿਕਲੀ ਦੋ ਤਰੀਕੇ ਨੇ ਹੈ ਰੋਮਾਨੀਆ ਦੇ ਨੈਸ਼ਨੈਲਿਟੀ ਲੈਣ ਦੇ ਹੈ। ਪਹਿਲਾ ਤਰੀਕਾ ਇਹ ਵੇ ਕਿ ਜਿਹੜੇ ਲੋਕ ਵਰਕ ਪਰਮਿਟ 'ਤੇ ਆਉਂਦੇ ਨੇ ਔਰ ਉੱਥੇ ਉਹ ਲਗਾਤਾਰ ਰਹਿੰਦੇ ਨੇ ਔਰ 5 ਸਾਲ ਬਾਅਦ ਆਪਣਾ PR ਲੈ ਲੈਂਦੇ ਨੇ ਜਾਂ ਨਹੀਂ ਵੀ ਲੈਂਦੇ, ਸਿਟੀਜ਼ਨਸ਼ਿਪ ਵਾਸਤੇ ਇੰਪੋਰਟੈਂਟ ਨਹੀਂ ਹੈ, ਲੇਕਿਨ ਅਗਰ 5 ਸਾਲ ਬਾਅਦ ਉੱਥੇ ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸ ਰੋਮਾਨੀਆ ਦੀ ਲੱਭ ਜਾਂਦੀ ਔਰ ਉਸ ਦੇ ਵੀ ਬਹੁਤ ਫਾਇਦੇ ਨੇ। ਮੈਂ ਇਸ ਉੱਤੇ ਲੈਦਾ ਵੀਡੀਓ ਬਣਾਵਾਂਗਾ। ਲੇਕਿਨ ਉਹ ਉਸ ਤੋਂ ਬਾਅਦ 8 ਸਾਲ ਉਹ ਲਗਾਤਾਰ ਰਹਿੰਦੇ ਨੇ ਰੋਮਾਨੀਆ ਦੇ ਵਿੱਚ ਲੀਗਲ, ਅਤੇ ਉਹ ਰੋਮਾਨੀਆ ਦੀ ਨੈਸ਼ਨੈਲਿਟੀ ਅਪਲਾਈ ਕਰ ਸਕਦੇ ਨੇ ਹੈ। ਦੇਖੋ ਹੁਣ ਮੈਂ ਨਾਲ ਇਸ ਟਾਪਿਕ ਦਾ ਫਾਇਦਾ ਉਠਾਉਂਦਿਆਂ ਇੱਕ ਹੋਰ ਗੱਲ ਇਹਦੇ ਵਿੱਚ ਸ਼ਾਮਲ ਕਰਾਂ ਕਿ ਸਪੇਨ ਦੇ ਵਿੱਚ ਵੀ 10 ਸਾਲ ਬਾਅਦ ਅਪਲਾਈ ਹੁੰਦਾ ਹੈ। ਠੀਕ ਹੈ ਜੀ ਹੈ। ਔਰ ਇਹਨਾਂ ਦੀ ਵੈਲਿਊ ਦੋਵਾਂ ਪਾਸਪੋਰਟਾਂ 'ਚ ਕੋਈ ਖਾਸ ਫਰਕ ਕੋਈ ਨਹੀਂ, ਛੋਟਾ ਮੋਟਾ ਫਰਕ ਹੈ। ਠੀਕ ਹੈ ਜੀ ਹੈ। ਔਰ ਅੱਗੇ ਆ ਕੇ 3-3, 4-4, 5-5 ਸਾਲ ਪੇਪਰ ਲੈਣ 'ਤੇ ਜ਼ਾਇਆ ਕਰਨ ਦੀ ਬਜਾਏ ਉਸੇ ਟਾਈਮ ਨੂੰ ਉੱਥੇ ਕੱਢੋ ਹੈ ਅਤੇ ਉਹਦੇ ਕਿਤਨੇ ਫਾਇਦੇ ਮਿਲਣਗੇ ਹੈ ਕਿ ਤੁਸੀਂ ਜਲਦ ਰੋਮਾਨੀਅਨ ਪਾਸਪੋਰਟ ਦੀ ਐਲੀਜੀਬਿਲਟੀ ਵਾਸਤੇ ਕਾਬਲ ਹੋ ਜਾਓਗੇ। ਇਸ ਪੁਆਇੰਟ 'ਤੇ ਜਾਂ ਇਸ ਰਫੜ ਵਿੱਚ ਪੈਣਾ ਹੀ ਨਹੀਂ ਚਾਹੀਦਾ ਕਿ ਰੋਮਾਨੀਆ ਸ਼ਿੰਗਨ 'ਚ ਸ਼ਾਮਲ ਹੋ ਰਿਹਾ ਨਹੀਂ ਹੋ ਰਿਹਾ, ਕੀ ਫਾਇਦਾ ਹੋਏਗਾ। ਜਦੋਂ ਤੱਕ ਕੋਈ ਵੀ ਬੰਦਾ ਨਵਾਂ ਆਉਂਦਾ 5 ਸਾਲ ਬਾਅਦ ਰੋਮਾਨੀਅਨ ਜਦੋਂ ਤੱਕ ਪਰਮਾਨੈਂਟ ਰੈਜ਼ੀਡੈਂਸੀ ਤੱਕ ਅਪਲਾਈ ਕਰਦਾ ਉਦੋਂ ਤੱਕ ਇਹਨੇ ਸ਼ਿੰਗਨ 'ਚ ਟੁਰ ਹੀ ਜਾਣਾ ਹੈ। ਔਰ ਅਗਰ ਨਾ ਵੀ ਜਾਏਗਾ ਤਾਂ ਤੁਹਾਨੂੰ ਨੈਸ਼ਨੈਲਿਟੀ ਮਿਲਣ ਤੋਂ ਬਾਅਦ ਫਿਰ ਤੁਹਾਨੂੰ ਕਿਤਨੇ ਫਾਇਦੇ ਹੋਣਗੇ, ਜਿਹੜਾ ਟਾਈਮ ਤੁਸੀਂ ਜ਼ਾਇਆ ਕੀਤਾ ਉਹਦਾ ਕਿਤਨਾ ਨੁਕਸਾਨ ਹੋਵੇਗਾ। ਇਸ ਗੱਲੇ ਮੇਰੇ ਭਰਾਓ ਜਿਹੜੇ ਵੀ ਇਸ ਟਾਈਮ ਰੋਮਾਨੀਆ 'ਚ ਹੈ ਉਹ ਬੁਲਗਾਰੀਆ 'ਚ ਹੈ ਉਹ ਉੱਕਾ ਨਿਕਲਣ ਦੀ ਕੋਸ਼ਿਸ਼ ਨਾ ਕਰੋ। ਔਰ ਪੇ ਸਕੇਲ ਦਾ ਵੀ ਕੋਈ ਖਾਸ ਫਰਕ ਕੋਈ ਨਹੀਂ ਹੈ, ਛੋਟਾ ਮੋਟਾ ਹੀ ਫਰਕ ਹੈ ਜਿਹੜੇ ਵੀ ਇੱਥੇ ਲੋਕ ਵਰਕਰ ਨੇ ਹੈ। ਠੀਕ ਹੈ ਜੀ। ਇਸ ਟਾਪਿਕ ਨੂੰ ਅਸੀਂ ਛੱਡ ਦਿੰਦੇ ਹਾਂ। ਪਹਿਲੀ ਚੀਜ਼ ਤਾਂ ਇਹ ਹੈ ਕਿ 8 ਸਾਲ ਬਾਅਦ ਕੋਈ ਵੀ ਬੰਦਾ ਲੀਗਲ ਜਿਹਨੇ ਰੈਜ਼ੀਡੈਂਸ ਹੈ ਰੋਮਾਨੀਆ ਦੇ ਵਿੱਚ ਉਹ ਨੈਸ਼ਨੈਲਿਟੀ ਰੋਮਾਨੀਅਨ ਪਾਸਪੋਰਟ ਅਪਲਾਈ ਕਰ ਸਕਦਾ ਹੈ। ਠੀਕ ਹੈ ਜੀ। ਦੂਸਰੀ ਚੀਜ਼ ਤੇ ਜਿਹੜੇ ਬੰਦੇ ਉੱਥੇ ਲੀਗਲ ਆਉਂਦੇ ਨੇ ਉਹ ਉਸ ਤੋਂ ਬਾਅਦ ਰੋਮਾਨੀਅਨ ਲੜਕੀ ਨਾਲ ਸ਼ਾਦੀ ਕਰ ਲੈਂਦੇ ਨੇ ਜਾਂ ਇਲੀਗਲ ਸੀ ਰੋਮਾਨੀਅਨ ਲੜਕੀ ਨਾਲ ਸ਼ਾਦੀ ਕਰ ਲਈ, ਡਾਕੂਮੈਂਟਸ ਹੈ ਜੋ ਵੀ, ਇਹ ਟਾਪਿਕ ਸਾਡਾ ਨਹੀਂ ਹੈ। ਔਰ ਉਸ ਤੋਂ ਬਾਅਦ ਉਹ 5 ਸਾਲ ਲੀਗਲ ਰੋਮਾਨੀਅਨ ਲੜਕੀ ਦੇ ਨਾਲ ਰਹਿੰਦੇ ਨੇ ਅਤੇ ਉਹ ਵੀ ਨੈਸ਼ਨੈਲਿਟੀ ਅਪਲਾਈ ਕਰ ਸਕਦੇ ਨੇ, ਰੋਮਾਨੀਅਨ ਪਾਸਪੋਰਟ ਅਪਲਾਈ ਕਰ ਸਕਦੇ ਨੇ, ਲੇਕਿਨ ਉਹਦੇ ਵਾਸਤੇ ਜ਼ਰੂਰੀ ਹੈ ਕਿ ਉਹ ਰੋਮਾਨੀਆ ਵਿੱਚ ਰਹਿੰਦੇ ਹੋਣ। ਠੀਕ ਹੈ ਜੀ। ਇਹ ਪਹਿਲੀ ਰਿਕੁਆਇਰਮੈਂਟ ਹੈ। ਅਗਰ ਨਾਰਮਲ ਹੈ ਤਾਂ 8 ਸਾਲ, ਅਗਰ ਸ਼ਾਦੀ ਵਾਲਾ ਤਾਂ 5 ਸਾਲ ਰੋਮਾਨੀਆ 'ਚ ਲੀਗਲ ਰੈਜ਼ੀਡੈਂਸ। ਦੂਸਰੀ ਚੀਜ਼ ਇਹ ਹੈ ਕਿ 18 ਸਾਲ ਜਾਂ ਉਸ ਤੋਂ ਉੱਤੇ ਉਹਦੀ ਉਮਰ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਇੱਕ ਹੋਰ ਬੜੀ ਚੀਜ਼ ਰਿਕੁਆਇਰਮੈਂਟ ਮੰਗਦੇ ਨੇ ਕਿ ਜੋਬਸ ਦਾ ਕੋਈ ਪ੍ਰੂਫ ਹੋਣਾ ਚਾਹੀਦਾ ਕਿ ਤੁਸੀਂ ਜੋਬ ਕਰ ਰਹੇ ਹੋ ਰੋਮਾਨੀਆ 'ਚ, ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਆਪਣੇ ਆਪ ਨੂੰ ਮੇਨਟੇਨ ਕੀਤੇ, ਆਪਣੇ ਅਖਰਾਜਾਤ ਕਿਸ ਤਰ੍ਹਾਂ ਉਠਾ ਰਹੇ ਹੋ, ਉਹਦੇ ਵਾਸਤੇ ਰੋਮਾਨੀਅਨ ਗੌਰਮੈਂਟ ਤੁਸੀਂ ਟੈਕਸ ਦੇ ਰਹੇ ਹੋ। ਠੀਕ ਹੈ ਜੀ। ਉਹ ਜੋਬਸ ਦਾ ਸਰਟੀਫਿਕੇਟ ਹੋਣਾ ਚਾਹੀਦਾ। ਉਸ ਤੋਂ ਬਾਅਦ ਤਿੰਨ ਜਿਹੜੀਆਂ ਚੀਜ਼ਾਂ ਨੇ ਬਹੁਤ ਇੰਪੋਰਟੈਂਟ ਨੇ, ਜਿਹੜੇ ਬੰਦੇ ਲੀਗਲ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਨੇ। ਇਹ ਸਿਰਫ ਉੱਥੇ ਨਹੀਂ ਪੂਰੇ ਯੂਰਪ 'ਚ ਇੰਪੋਰਟੈਂਟ ਨੇ ਕਿ ਉਹ ਪਾਕਿਸਤਾਨ ਵਾਲਾ ਇੰਡੀਆ ਵਾਲਾ ਜ਼ੇਨ ਛੱਡ ਦਿਓ ਕਿ
ਕੁਝ ਨਹੀਂ ਹੁੰਦਾ ਇੱਥੇ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਕੀਤੀ ਜਾਏ ਹੈ। ਇਹ ਭਾਈ ਬੜਾ ਹੀ ਪਾਕ ਸਾਫ ਬੰਦਾ ਲੈਂਦੇ ਨੇ, ਬੰਦੇ ਨੂੰ ਬੜਾ ਹੀ ਪਾਕ ਸਾਫ ਰੱਖਦੇ ਨੇ। ਇਸ ਗੱਲੇ ਕ੍ਰਿਮੀਨਲ ਰਿਕਾਰਡ ਦਾ ਸਰਟੀਫਿਕੇਟ ਲੈਣਾ ਹੁੰਦਾ, ਔਰ ਜਿतना ਵੀ ਚਿਰ ਰਵੋ ਬੜੇ ਅੱਛੇ ਸਿਟੀਜ਼ਨ ਬਣ ਕੇ ਰਵੋ ਹੈ ਉਹ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਹੋਰ ਚੀਜ਼ ਹੁੰਦੀ ਹੈ ਜਿਹਨੂੰ ਕਹਿੰਦੇ ਨੇ ਬਿਹੇਵੀਅਰ ਐਂਡ ਐਟੀਟਿਊਡ, ਯਾਨੀ ਕਿ ਤੁਸੀਂ ਕਿਸ ਤਰ੍ਹਾਂ ਰਹੇ ਹੋ ਰੋਮਾਨੀਆ ਦੇ ਵਿੱਚ ਹੈ, ਤੁਸੀਂ ਕਿਸੇ ਨਾਲ ਕੋਈ ਜ਼ਿਆਦਤੀ ਨਹੀਂ ਕੀਤੀ ਸਾਡੀ, ਯਾਨੀ ਤੁਹਾਡੇ ਰਵੱਈਏ ਕੈਸੇ ਸੀ, ਕਿਆ ਤੁਸੀਂ ਸੁਸਾਇਟੀ ਦੇ ਵਿੱਚ ਇਮਰਜ ਹੋਏ ਹੋ। ਕਲਚਰ ਦਾ ਇੱਕ ਟੈਸਟ ਹੁੰਦਾ ਉਹ ਵੀ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਹੈ ਵੇ। ਔਰ ਆਖਰੀ ਜਿਹੜੀ ਚੀਜ਼ ਹੈ ਉਹ ਹੈ ਵੇ ਕਿ ਰੋਮਾਨੀਅਨ ਜ਼ਬਾਨ ਤੁਹਾਨੂੰ ਆਉਣੀ ਚਾਹੀਦੀ ਔਰ ਉਸ ਦਾ ਵੀ ਸਰਟੀਫਿਕੇਟ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਇਹ ਰਿਕੁਆਇਰਮੈਂਟ ਹੈ। ਠੀਕ ਹੈ ਜੀ। ਔਰ ਉਸ ਤੋਂ ਬਾਅਦ कितना को टाइम लगता है प्रिडिक्ट नहीं कर सकते, लेकिन 2 साल के अराउंड बोट चल लो वो लगेगा। उस तो बाद तुसीं रोमानिया का ओथ लेना, जाके साइन वगैरह करने ने कि असीं रोमानिया के वफादार रवांगे हैं। ठीक है जी। इस अलावा होर की डॉकूमेंट्स चाहिए ने, थोड़ा पासपोर्ट चाहिए जिहड़ा यानी कि नोटारीअस तो कापी उहदी टैसटड होवे है। उस तो बाद थोड़ा सिविल स्टेटस उहदी शादीशुदा हो, उसका सर्टिफिकेट, बर्थ सर्टिफिकेट। ठीक है जी। और उस तो बाद थोड़ी क्रिमिनल हिस्टरी रिकॉर्ड मैं पहले तुहानूं दस्सिआ ते रोमानियन जिहड़ा जबान का। ठीक है जी। यह तुसीं डॉकूमेंट मिनिस्ट्री ऑफ जस्टिस जमा करा देने ने है। तो उस तो बाद प्रोसैस चलेगा 2 साल का। उस तो बाद तुहानूं जिहड़ा नैशनैलिटी मिल जाएगी है। हुण इसदे फायदे की होणगे, एक बंदा रोमानियन पासपोर्ट लैंदा है तो उसनूं दे की फायदे होणगे। एक तो आवेगा कि तुहाडा टैक्स क्रेडिट जिहड़ा कारपोरेट टैक्स विच तुहानूं जिहड़ा 80% की डिस्काउंट होगी है। ठीक है जी। और उस तो बाद सब तो बड़ा फायदा जोड़ा है 150 मुल्कों च बगैर वीज़ा तो तुसी जा सकते हो, बहुत बड़ी चीज़ है। उस तो बाद तुसी यूरोप के मुख्तलिफ मुल्कों के तुसी बैंक अकाउंट च अपनी सेविंग रख सकते हो। ठीक है जी। उस तो बाद सब तो बड़ी बात है कि पूरी यूरोपीय यूनियन च किसी भी मुल्क जाके तुसी रह सकते हो, काम कर सकते हो, कोई बगैर इशू तो कोई टेंशन नहीं है। ठीक है जी। उस तो बाद तुसी सोशल बेनीफिट रिसीव कर सकते हो। ठीक है जी। जिहदे च इंश्योरेंस होंदी है, सोशल बेनीफिट्स होंदे ने और क्रेडिट होंदा है। ठीक है जी। उस तो बाद तुसी रोमानिया दे विच तलीम दा एक्सैस रख सकते हो। उस तो बाद तुसी कोई हायर लैवल ते कोई भी डिग्री लैनी है तो तुसी पूरे यूरोपीय यूनियन च किसी भी मुल्क जाके पढ़ सकते हो, लिख सकते हो। और रोमानिया की डिग्री, अगर रोमानिया च कोई बच्चा थोड़ा पढ़ता है तो वो भी डिग्री जी पूरी यूरोपीय यूनियन च मन्नी जाएगी है। उस तो बाद तुसी अपने बच्चों को नैशनैलिटी दे सकते हो है। ठीक है जी। ਇਹ ਮੇਨ ਚੀਜ਼ਾਂ ਸੀ ਹੈ। ਇੱਕ ਭਾਈ ਨੇ ਸਵਾਲ ਪੁੱਛਿਆ ਸੀ तो उसको मैं डिस्कस किया है कि रोमानिया भी पेपर देंदा है, रोमानिया भी नैशनैलिटी देंदा है, रोमानिया भी पासपोर्ट देंदा है। ठीक है जी। ये मेन चीज़ां ने है। तो अगे भी इस तरह हिसाब है। स्पेन दे विच भी तकरीबन 10 साल लीगल, उस तो बाद पहले 3 तो 4 तो 5 साल इलीगल रह के पेपर लैने वो शामिल कर लो। फिर उस तो बाद 3 साल जिहड़े ने नैशनैलिटी प्रोसैस पासपोर्ट लैन तक कर लो, मिनीमम लग जाते हैं वो सर तुहाडे 16, 17, 18 साल च नैशनैलिटी मिलती है। ठीक है जी। अगर यह 8, 9, 10, 11 साल च लभ जे तो 6, 7, 8 साल इंसान के बच जाते हैं है। बाकी जींदे वस्ते रवो, आबाद रवो, रब सब दा हामी नासर होवे।